हम अवगुण भरे एक गुण नाही, अमृत छाड़ बिख बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तह मिलंत जम त्रास मिटाई। एक अरदास पाठ कीरत की, गुरु रामदास राखो शरनाई। सुन हर कथा उतारी मैल, महा पुनीत पै सुख सैल। वड्डा भाग पाया साध संग, पार ब्रह्म स्यों लागो रंग। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਦੀ ਮਿੱਠੀ ਤੇ ਨਿੱਘੀ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਾਰੇ ਹੀ ਆਪਾਂ ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਨੇ ਰਹਿਮਤ ਬਖਸ਼ਿਸ਼ ਕਰਕੇ ਆਪਣੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਪ ਸਭ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਜੋ ਇਹ ਮਹਾਨ ਗੁਰਮਤਿ ਸਮਾਗਮ ਪ੍ਰਾਰੰਭ ਹਨ, ਅੱਜ 8ਵੀਂ ਲੜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਜਿਸ ਦੇ ਵਿੱਚ 30 ਅਖੰਡ ਪਾਠ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਹੋਏ। ਗੁਰੂ ਦੀਆਂ ਰਹਿਮਤਾਂ ਹੋਈਆਂ, ਬਖਸ਼ਿਸ਼ਾਂ ਹੋਈਆਂ। ਗੁਰੂ ਸਾਹਿਬ ਨੇ ਜੋ ਬਖਸ਼ਿਸ਼ ਮੁੱਖ ਵਾਕ ਦੇ ਰਾਹੀਂ ਸਾਡੀ ਝੋਲੀ ਦੇ ਵਿੱਚ ਪਾਈ, ਉਹ ਆਪ ਜੀ ਨੂੰ ਸੰਤ ਸਵਰਨ ਸਿੰਘ ਜੀ ਸਰਵਣ ਕਰਾਉਣਗੇ। ਫਿਰ ਜਿਵੇਂ ਗੁਰੂ ਕਿਰਪਾ ਕਰੇਗਾ, ਰਹਿਮਤ ਕਰੇਗਾ, ਤੁੱਛ ਬੁੱਧੀ ਅਨੁਸਾਰ ਸ਼ਬਦ ਦੀ ਵਿਚਾਰ ਦੀ ਸਾਂਝ ਆਪਾਂ ਆਪਸ ਦੇ ਵਿੱਚ ਪਾਵਾਂਗੇ। ਹੁਣ ਆਪਾਂ ਜੋ ਗੁਰੂ ਨੇ ਰਹਿਮਤ ਬਖਸ਼ਿਸ਼ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤਾ, ਉਸ ਨੂੰ ਸਰਵਣ ਕਰੀਏ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਉ, नारायण प्राण आधारा। हम संत जनारे नारा, पतत पनीत कर लीने। कर कृपा हर जस दीने, पार ब्रह्म करे प्रतिपाला। साध जी संग रखवाला, हर दिन रैन कीर्तन गाइए। बहुड़ ना जोनी पाइए, जिस देवै पुरख विधाता। हर रस ते नहीं जाता, जम कंकर नेड़ न आया। सुख नानक सरनी पाया। वाहिगुरु जी का खालसा, वाहिगुरु जी की फतेह। हाँ जी। सोरठ महला पंजवा। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ अंग 623 ਦੇ ਉੱਪਰ ਸ਼ਸ਼ੋਭਤ ਹੈ ਜੀ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਗੁਰ ਪੂਰੇ ਚਰਨੀ ਲਾਇਆ, ਕਿ ਜਿਹੜਾ ਪੂਰਾ ਗੁਰੂ ਹੈ
ਉਹ ਕਰਦਾ ਕੀ ਹੈ? ਗੁਰਪੂਰੇ ਚਰਨੀ ਲਾਇਆ, ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੀਵ ਨੂੰ ਜੋੜਦਾ ਹੈ। ਇੱਕ ਗੱਲ ਦਾ ਧਿਆਨ ਰੱਖਣਾ ਕਿ ਜੋ ਗੁਰੂਆਂ ਨੇ ਕੀਤਾ, ਸੰਤ ਮਹਾਂਪੁਰਸ਼ ਵੀ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਦੇ ਹਨ। ਸਿੱਖ ਜਗਤ ਦੇ ਅੰਦਰ ਜੋ ਸੰਤ ਹਨ ਉਹ ਗੁਰੂ ਦੇ ਨਾਲ ਜੋੜਦੇ ਹਨ, ਅਤੇ ਜੋ ਗੁਰੂ ਦੀ ਬਾਣੀ ਹੈ ਉਹ ਜਗਿਆਸੂ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ। ਇਸੇ ਗੱਲ ਨੂੰ ਗੁਰੂ ਸਾਹਿਬ ਕਹਿੰਦੇ ਹਨ, ਗੁਰਪੂਰੇ ਚਰਨੀ ਲਾਇਆ, ਕਿ ਪੂਰੇ ਗੁਰੂ ਨੇ ਇੱਕ ਕਿਰਪਾ ਸਾਡੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਕਿ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ, ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੱਤਾ। ਤੇ ਫਿਰ ਮਿਲਿਆ ਕਿ ਹਰ ਸੰਗ ਸਹਾਈ ਪਾਇਆ, ਕਿ ਜਦੋਂ ਮੈਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਿਆ ਤੇ ਫਿਰ ਮੈਂ ਹਰੀ ਪਰਮਾਤਮਾ ਨੂੰ ਹਰ ਵਕਤ ਆਪਣੇ ਅੰਗ ਆਪਣੇ ਸੰਗ ਮੈਨੂੰ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਜੀ। ਜਹ ਜਾਈਏ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਕਿ ਜਿੱਥੇ ਵੀ ਜਗਿਆਸੂ ਜਾਂਦਾ ਹੈ ਸੁਹੇਲੇ, ਉੱਥੇ ਫਿਰ ਪਰਮਾਤਮਾ ਇਸ ਨੂੰ ਪ੍ਰਤੀਤ ਹੁੰਦਾ ਹੈ। ਮੈਂ ਬੇਨਤੀ ਕਰਾਂ, ਜਿਹੜੇ ਇਨਸਾਨਾਂ ਨੇ ਸਾਧਨਾ ਨਹੀਂ ਕੀਤੀ ਉਹਨਾਂ ਨੂੰ ਉਹ ਸਭ ਜਗ੍ਹਾ ਤੇ ਪਰਮਾਤਮਾ ਪ੍ਰਤੀਤ ਨਹੀਂ ਹੁੰਦਾ, ਉਸ ਦਾ ਅਹਿਸਾਸ ਨਹੀਂ ਹੁੰਦਾ। ਵੈਸੇ ਸਾਨੂੰ ਪਤਾ ਹੈ, ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਘਟ ਘਟ ਮੇਂ ਹਰਜੂ ਬਸੈ ਸੰਤਨ ਕਿਹੋ ਪੁਕਾਰ, ਪਰ ਉਸ ਦਾ ਅਹਿਸਾਸ ਸਾਨੂੰ ਨਹੀਂ ਹੁੰਦਾ। ਹੁਣ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ, ਜਿਹੜੀ ਇਨਸਾਨ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਹਰ ਜਗ੍ਹਾ ਤੇ ਪਰਮਾਤਮਾ ਵਿਆਪਕ ਹੈ, ਫਿਰ ਉਹ ਕਿਵੇਂ ਬੁਰਾ ਬੋਲੇਗਾ, ਫਿਰ ਉਹ ਕਿਵੇਂ ਬੁਰਾ ਕਰੇਗਾ, ਫਿਰ ਉਹ ਕਿਵੇਂ ਬੁਰੀ ਚਿਤਵਨੀ ਬਣਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਸਾਰੀ ਜਗ੍ਹਾ ਤੇ ਪਰਮਾਤਮਾ ਹੈ। ਆਪ ਜੀ ਨੇ ਇੱਕ ਛੋਟੀ ਜੀ ਕਹਾਣੀ ਸੁਣੀ ਹੋਵੇਗੀ ਕਿ ਇੱਕ ਵਾਰੀ ਕਹਿੰਦੇ ਕ੍ਰਿਸ਼ਨ ਜੀ ਨੇ ਪਤਾ ਕੀ ਕੀਤਾ ਸੀ, ਜਿਹੜੇ ਉਹਨਾਂ ਦੇ ਕੋਲ ਪੜ੍ਹਦੇ ਸਨ, ਦੁਰਯੋਧਨ ਵੀ ਪੜ੍ਹਦਾ ਸੀ, ਯੁਧਿਸ਼ਟਰ ਵੀ ਪੜ੍ਹਦਾ ਸੀ, ਕਹਿੰਦੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਇੱਕ ਪੰਛੀ ਦੇ ਦਿੱਤਾ ਤੇ ਇਹ ਲਫ਼ਜ਼ ਆਖਿਆ ਕਿ ਜਾਓ, ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਇਹਨਾਂ ਨੂੰ ਮਾਰ ਕੇ ਲੈ ਕੇ ਆਵੋ। ਕਹਿੰਦੇ ਥੋੜੀ ਦੇਰ ਤੋਂ ਬਾਅਦ ਦੁਰਯੋਧਨ ਤਾਂ ਬੜੀ ਛੇਤੀ ਵਾਪਸ ਆ ਗਿਆ ਤੇ ਮਾਰ ਕੇ ਲਿਆਇਆ ਜੀਵ। ਤੇ ਪੁੱਛਿਆ ਕ੍ਰਿਸ਼ਨ ਜੀ ਨੇ ਕਿ ਮਾਰ ਲਿਆਇਆ? ਉਹ ਕਹਿੰਦਾ ਜੀ ਹਾਂ, ਆਹ ਦੇਖੋ, ਬਸ ਥੋੜੀ ਦੂਰ ਗਿਆ ਮੈਂ, ਸਭ ਤੋਂ ਮੈਂ ਦੇਖਿਆ ਮੈਨੂੰ ਕੋਈ ਨਹੀਂ ਸੀ ਦੇਖ ਰਿਹਾ, ਮੈਂ ਥੋੜਾ ਉੱਪਰ ਕੱਪੜਾ ਕੀਤਾ, ਇਸ ਦੀ ਗਰਦਨ ਮਰੋੜੀ ਤੇ ਮਾਰ ਕੇ ਲਿਆਇਆ ਤੁਹਾਡੇ ਕੋਲ। ਤੇ ਉਧਰ ਸਤਸੰਗੀ ਜਨੋਂ ਜਿਹੜਾ ਯੁਧਿਸ਼ਟਰ ਸੀ, ਜਿਹਨੂੰ ਧਰਮ ਪੁੱਤਰ ਕਹਿੰਦੇ ਹਨ, ਕਹਿੰਦੇ ਉਹ ਸੁਬਾਹ ਦਾ ਗਿਆ, ਸ਼ਾਮ ਪੈ ਗਈ, ਸ਼ਾਮ ਨੂੰ ਵਾਪਸ ਆਇਆ ਤੇ ਪੰਛੀ ਜਿੰਦਾ ਸੀ। ਕ੍ਰਿਸ਼ਨ ਜੀ ਕਹਿੰਦੇ ਵੀ ਕੀ ਗੱਲ, ਤੈਨੂੰ ਕਿਹਾ ਸੀ ਇਸ ਨੂੰ ਮਾਰ ਕੇ ਲਿਆਈ, ਤੇ ਜਿੱਥੇ ਕੋਈ ਦੇਖਦਾ ਨਾ ਹੋਵੇ ਤਾਂ ਤੂੰ ਫਿਰ ਇਸ ਨੂੰ ਮਾਰਿਆ ਕਿਉਂ ਨਹੀਂ? ਉਹ ਕਹਿੰਦਾ ਜੀ ਪਹਿਲਾਂ ਤਾਂ ਮੈਂ ਦੁਨੀਆ ਦੇ ਲੋਕਾਂ ਤੋਂ ਬਚਾਇਆ, ਕਹਿੰਦੇ ਜਦੋਂ ਮੈਂ ਦੇਖਿਆ ਲੋਕਾਂ ਨੇ ਹੁਣ ਨਹੀਂ ਦੇਖਦੇ, ਕਹਿੰਦੇ ਫਿਰ ਮੈਨੂੰ ਇਹ ਲੱਗਿਆ ਕਿ ਮੈਂ ਆਪਣੇ ਆਪ ਇਸ ਨੂੰ ਦੇਖ ਰਿਹਾ ਹਾਂ ਕਿ ਜਿਹੜਾ ਮੈਂ ਮਾਰਨ ਵਾਲਾ ਹਾਂ। ਮੈਂ ਆਪਣੇ ਆਪ ਨੂੰ ਸਾਖਸ਼ੀ ਕਰਕੇ ਦੇਖਿਆ ਕਿ ਮੈਨੂੰ ਲੱਗਿਆ ਕਿ ਮੈਂ ਦੇਖ ਰਿਹਾ ਹਾਂ। ਕਹਿੰਦਾ ਮੈਂ ਵੀ ਆਪਣੀਆਂ ਅੱਖਾਂ ਬੰਦ ਕਰ ਲੀਆਂ। ਕਹਿੰਦੇ ਅਖੀਰ ਦੇ ਵਿੱਚ ਮੇਰੀ ਚਿਤਵਨੀ, ਮੇਰੀ ਸੋਚ ਇੱਥੇ ਪਹੁੰਚੀ ਕਿ ਮੈਂ ਦੁਨੀਆ ਦੇ ਕੋਲੋਂ ਤਾਂ ਲੁਕੋ ਸਕਦਾ ਹਾਂ, ਆਪਣੀਆਂ ਅੱਖਾਂ ਤੋਂ ਤਾਂ ਇਸ ਦਾ ਓਹਲਾ ਮੈਂ ਕਰ ਸਕਦਾ ਹਾਂ, ਪਰ ਜਿਹੜਾ ਪਰਮਾਤਮਾ ਹੈ ਉਹ ਤਾਂ ਸਾਰੀ ਜਗ੍ਹਾ ਤੇ ਵਿਆਪਕ ਹੈ, ਪਰਮਾਤਮਾ ਤਾਂ ਇਸ ਨੂੰ ਦੇਖ ਰਿਹਾ। ਕਹਿੰਦਾ ਇਸ ਕਰਕੇ ਪ੍ਰਭੂ ਕ੍ਰਿਸ਼ਨ ਮੈਂ ਇਸ ਨੂੰ ਨਹੀਂ ਮਾਰ ਸਕਿਆ, ਕਿਉਂਕਿ ਜਿੱਥੇ ਵੀ ਮੈਂ ਚਲੇ ਜਾਵਾਂ ਉੱਥੇ ਪਰਮਾਤਮਾ ਵਿਆਪਕ ਹੈ ਜੀ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ, ਜੀ ਕੈ ਸੰਗ ਸਹਾਈ। ਗੁਰੂ ਸਾਹਿਬ ਜੀਵ ਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਐ ਇਨਸਾਨ ਹਰ ਗੁਣ ਗਾਵੋ ਸਦਾ ਸੁਭਾਈ। ਕਹਿੰਦੇ ਐ ਇਨਸਾਨ ਹਰ ਵਕਤ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ ਸ਼ੁਰੂ ਕਰ। ਦਾਸ ਤਕਰੀਬਨ ਬੇਨਤੀ ਕਰਿਆ ਕਰਦਾ, ਮਿਲੇਗਾ ਕਿ ਗੁਣਾਂ ਨੂੰ ਗਾਇਨ ਕਰਕੇ? ਗੁਰੂ ਸਾਹਿਬ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਕਹਿੰਦੇ ਗੁਣ ਕੈ ਗੁਣੀ ਸਮਾਵਣਿਆ। ਕਹਿੰਦੇ ਜਦੋਂ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਨਾ ਸ਼ੁਰੂ ਕਰੇਗਾ, ਪਰਮਾਤਮਾ ਦੇ ਗੁਣਾਂ ਦੀ ਦੂਜਿਆਂ ਨਾਲ ਸਾਂਝ ਪਾਣੀ ਸ਼ੁਰੂ ਕਰੇਗਾ, ਤੇ ਪਿਆਰਿਓ
कभी थोड़ी जी तो कोशिश करिया करो ना कि जदों आप अपने रिश्तेदार च बैठते हाँ, कभी आप अपने मित्रां दोस्तां दे विच बैठते हाँ, कभी थोड़ा जिहा परमात्मा के गुणां नूं तां वर्णन करिया करो ना। संसार दीयां गल्लां भी करो, पर जदों कोई मित्र आवे उसनूं को भरावा जिथे आपां संसार दीयां गल्लां कीतियां, हुण थोड़ी देर आपां परमात्मा दे गुणां दा वर्णन कर लईए। ते जदों परमात्मा दे गुणां दा वर्णन करांगे, दास आप जी नूं ये बेनती करे, मनुखा जीवन मिलिया परमात्मा होण दे वास्ते, परमात्मा वर्गे असीं बन जाइए। तो शरीर तो कोई नहीं परमात्मा वर्गा बनेगा, शरीर तो कोई नहीं गुरु वर्गा बनेगा। ये बचन तुसी गुरु साहब दे आपां पढ़दे हाँ, सुनते हाँ, गुरसिख मीत चलो गुरु चाली, कहंदे ए इंसान गुरु दी चाली दे उपर चल। हुण गुरु दी चाली की कि जिवें गुरु कोई तुरदा है, कि जिवें गुरु वस्त्र पहनता है, कि जिवें कोई गुरु बैठता है। मैं बेनती करा, ये तो असी पखंड बहुत कर सकते हैं कि गुरु पातशाह दे वांगू घोड़े ते चढ़ सकते हैं, आसन भी आप लगा सकते हैं। गुरु साहब जिस तरह के वस्त्र पहनते सन ओहो जे भी पा सकते हैं, चाहे महापुरुष वस्त्र पहनते सन ओहो जे आप पा सकते हैं। पर मेरे गुरु साहब कहते ये गुरु की चाली कोई नहीं है। कहते गुरु की चाली की है, कहते गुरसिख मीत चलो गुर चाली। हुण चाली की है, जो गुर कह सोई भल मानो हर हर कथा निराली। कहते जो गुरु कहता है ना, कहते वो अपने जीवन दे विच उतारना शुरू करो, वो अपने जीवन दे विच करना शुरू करो। तो हुण गुरु पातशाह कहते हैं हर गुण गावो सदा सुभाई। कहते जदों उस परमात्मा के गुणां दा वर्णन करोगे ना, तो कहते मिलेगा पता की, कहते मन चिंदे सगले फल पावो। कहते ए इंसान जो भी तेरे मन दे विच इच्छा है, तेरे मन विच चाहना है, कहते जदों तू परमात्मा दे गुण गाएगा, कहते परमात्मा तेरे ते एक किरपा करेगा, तेरियां इच्छावां पूरियां करेगा। रोज़ आप पढ़ते सुनते हाँ सत्संगी जनों, की पढ़ते सुनते हैं, जो मांगे ठाकुर अपने ते सोई सोई पावै। आप रोज़ पढ़ते हाँ सुनते हाँ, इच्छा पूरक सर्व सुखदाता हर, जाके वस है काम तेना सो ऐसा हर त्याइए, मेरे जीड़े तां सर्व सुख पावे। मेरे मना कहते ए इंसान जदों परमात्मा के गुणां नूं गाएगा, कहते जो भी तेरे मन की इच्छा होएगी, कहते वो गुरु किरपा करेगा, तेरियां झोलियां भर देवेगा। जदों भाई साहब भाई संतोख सिंह जी के बचन पढ़ो ना, साहब श्री गुरु ग्रंथ साहब जी के प्रति मैं बेनती करा, उन्होंने बड़े सोहने बचन आख्या, कहते सिखा किते गुरु ग्रंथ साहब जी के उपर भाव ना कर ला, कहते किते गुरु ग्रंथ साहब जी दे नाल प्यार कर ला, कहते जो भी तेनू चाहिए वो मिलेगा। अते उन्होंने बड़ा सोहना कबित दे विच कहा, कहते दूध चाहे पूत चाहे राजबाज सूत चाहे, भली कर तूत चाहे हरिया चाहे सो को, कहते धन का वरदान चाहे आज्ञा में जहान चाहे, शुभ संतान चाहे आरजा आरोप को। दास बेनती करे, ये पहलियां दो पंक्तियां दे विच संसारी पदार्थां दी गल कीती। किहनूं नहीं चाहिए दुध पुत सत्संगी जनों। भाई संतोख सिंह जी कहते दूध चाहे पूत चाहे, कहते राजबासूत चाहे, कहते तू चाहना मेरा जड़ा काम काज है ना ये भी बड़ा ठीक ठीक चले। दूध चाहे पूत चाहे राजबासूत चाहे, कहते भली करतूत चाहे, तू चाहना मेरे जड़े कर्म हैं वो भी चंगे चंगे होन। हुण अगली पंक्ति दे विच कहते धन का वरदान चाहे। आप आके गुरु दे अगे अरदास करते हैं, सच्चे पातशाह किरपा कर दिओ, घर दे विच धन दा जो लहर बहर कर दिओ ना, आप जी किरपा कर दिओ। किसी प्रेमी ने बड़ा सोहना किया, कहते परमात्मा जे ज़्यादा नहीं देना तो घट्टो घट्ट इन्ना क दे दे, प्रभु दे इतना जै मैं कुटुंब समाए मैं भी भूखा ना रहूं, अतिथि भी भूखा ना जाए। वो प्रेमी कहता परमात्मा जे मैनू ज़्यादा नहीं देना, कहते घट्टो घट्ट इन्ना तो दे देना जिहदे नाल मेरा परिवार बड़ा वधिया चले। तो जेकर कोई अतिथि घर च परौना आ जाए वो भी भुखा ना जाए मेरे घरों। तो इस करके मैं बेनती करा, भाई साहब भाई संतोख सिंह जी कहते धन का वरदान चाहे, कहते आज्ञा में जहान चाहे, कहते तू चाहना जहान। अपना जेकर छोटा जहान है तो अपना परिवार भी एक जहान है, अपने रिश्तेदार आप सारा कुटुंब मिलके वो भी एक जहान है। राजियां दा वड्डा जहान, जिहड़े छोटे सिकदार हैं उन्हां तो छोटा साडा जिहड़ा सत्संग नो, जिहड़े साडे रिश्तेदार हैं मित्र दोस्त हैं ये भी एक जहान है। तो भाई साहब भाई संतोख सिंह जी कहते धन का वरदान चाहे आज्ञा में जहान चाहे,
कहते शुभ संतान चाहे, कहते जिथे तू मंगदा ना मेरे संतान पैदा हो जाए, औलाद पैदा हो जाए, कहते ये भी चाहना कि जिहड़ी संतान पैदा होवे ना वो चंगी चंगी पैदा होवे, मेरी संतान चंगी होवे। कहते शुभ संतान चाहे आरजा आरोप को, कहते तू चाहना मैं अरोग होवां, बीमारियां ना होण ते मेरी लंबी उम्र होवे। हुण तीसरी पंक्ति च भाई साहब जी ने परमारथ की गल की, कहते जे तेनू संसार चाहिए तां भी तेनू सतगुरु कोलों गुरु ग्रंथ साहब जी कोलों मिलेगा, कहते जे तेनू परमारथ चाहिए कहते वो भी तेनू गुरु ग्रंथ साहब जी कोलों मिलेगा। हुण अगली पंक्ति च कहते हैं, कहते सत संतोख चाहे, ज्ञान ध्यान जोग चाहे, काट्यो काम रोग चाहे, कहते साधु चाहे योग को, योग मिलाप को। हुण अखीर च कहते हैं, कहते प्यारिया श्री गुरु ग्रंथ साहिब भावनी भगत पाए, सारो जो ना सुनियो जाए, आए सुने भोग को। कहते प्यारिया बस गुरु ग्रंथ साहब जी नाल प्यार कर ला, गुरु ग्रंथ साहब जी के उपर अकीदा कर ला, भरोसा कर ला। मैं बेनती करा जिहड़ा तकरीबन उपदेश दिता जाता है, जिहड़े गुरु तेग बहादुर सच्चे पातशाह, गुरु तेग बहादुर आ सरापा अफजाल, जीनत राय महफिल जाहो जलाल, भाई साहब भाई नंद लाल जी के बचन हैं। उन्होंने के जिहड़े सलोक हैं सत्संगी जनों, आम आपां संगतां विच महापुरुषां कोलों, दाने पुरुषां कोलों सुणदे हैं कि प्यारिओ जे अखंड पाठ साहब जी कराया है, वैसे तो सारा पाठ सुन बड़ी वधिया गल है, पर जे सारा पाठ सुनने का समा नहीं मिलिया तो घट्टो घट्ट भोग दे सलोक तो आके सरवण करो ना। हुण भोग दे सलोक नौवें पातशाह की जिथों बाणी शुरू होंदी है, गुण गोबिंद प्रभ गायो नहीं जन्म अकारथ कीन, कहते वो जड़े जिथों सलोक शुरू होंदे हैं, कहते घट्टो घट्ट उदों ही आ जा गुरु की हजूरी च। भाई साहब भाई संतोख सिंह जी कहते प्यारिओ जिहड़ा गुरु है, कहते जदों उन्हां दे चरनां दे नाल जुड़ोगे, उन्हां दा अकीदा अपने मन दे विच वसाओगे, कहते फिर परमात्मा दे गुण गाओगे, कहते मिलेगा कि कहते मन चिंदे सगले फल पावो, जी कै संग सहाई। कहते वो जिहड़ा परमात्मा है ना, कहते हर वक्त थोड़े अंग संग है, थोड़ी सहायता करता है। नारायण प्राण आधारा, हम संत जना रे नारा। जदों जिग्यासु परमात्मा दे गुण गांदा है, नारायण प्राण आधारा, कहते वो परमात्मा फिर इहदे प्राणां दा आधार बन जाता है। अजे आधार का मतलब है कि साढ़े अंदर स्वासां च चलदा की है। ताही सिख नूं कहा जाता है कि तू स्वास परमात्मा का सिमरन कर। ताही जिहड़े अभ्यास करांदे हन, कई साधक ये कहते हैं कि जदों साधना विच बहना है, वाहे अंदरों जदों श्वास जावे उदों कहना है, गुरु जदों श्वास बाहर निकले उदों तुसी गुरु कहना। धन धन बाबा राम सिंह जी भी तो आप जी नूं सिमरन करांदे रहे ना। जदों सिमरन करांदे सन ते साधना करांदे करांदे वो कई बारी ये क्या करते सन कि प्यारिओ हुण थोड़ी देर चुप हो जाओ, तो जदों चुप हो जाओ फिर वो साधना करांदे सन। फिर कई बारी वो ये साधना भी करांदे सन कि हुण जदों श्वास लवो उदों वाहे अंदर नूं करो, तो जदों गुरु कहना है, जदों श्वास बाहर नूं निकले उस श्वास दे नाल गुरु जोड़ो। हुण यही तो गल गुरु साहब कहते हैं, कहते जिहड़ा परमात्मा है ना, कहते वो प्राणां दा आधार बनता है। पर मैं बेनती करा वह सत्संगी जनों, जिन्नी देर तक इंसान साधना नहीं करेगा, ताही तो मेरे गुरु नानक देव सच्चे पातशाह ने कह दिता सी, आखां जीवां विसरै मर जाऊं। कि जदों कहता हाँ बस उदों मैनू लग रहा कि मैं जिउंदा हाँ, मैनू जदों मेरे प्राणा दे विचों परमात्मा एहसास हुंदा, मैनू कहते फिर मैनू लगता है कि मैं जिउंदा हाँ। जदों थोड़ी देर मैनू विसरदा तो मैनू इउं लगता कि मैं मरिया होया हाँ। मैं आप जी नूं बेनती करा, यही गल गुरु साहब कहना, नारायण प्राण आधारा, कहते हम संत जना रे नारा। कहते जदों इंसान नूं ये प्रतीत होएगा कि मेरे अंदर परमात्मा हर वक्त मेरे श्वासां विच है, कहते फिर इंसान के अंदर झुकियापन आएगा। हम संत जना रे नारा, रे नारा दे अर्थन रे रेन तो नारा, रे नारा सत्संगी जनों, रे नारा जिहड़ा लफ्ज़ है इत्थे गुरु साहब ने वरत्या ये रेन तो है। कि कहते जदों तेरे हिरदे च परमात्मा का नाम वसिया, कहते फिर तेनू ऐ लगेगा बस मैं तो संतां दे चरनां दी धूड़ हाँ, मैं तो उन्हां दे चरनां दी रेण हाँ। पतत पनीत कर लीने
ਕਰ ਕਿਰਪਾ ਹਰ ਜਸ ਦੀਨੇ। ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਪਿਆਰਿਆ, ਜਦੋਂ ਨਾਮ ਜਪੇਗਾ, ਕਹਿੰਦੇ ਜਦੋਂ ਤੇਰਾ ਜੀਵਨ ਬਾਹਰੀ ਤੌਰ ਤੇ ਰੇਨ ਵਰਗਾ ਹੋ ਗਿਆ, ਸੰਤਾਂ ਦੇ ਚਰਨਾਂ ਦੀ ਧੂੜ ਹੋ ਗਿਆ, ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਗਿਆ, ਭਾਵ ਜਦੋਂ ਜੀਵਨ ਦੇ ਵਿੱਚ ਨਿਮਰਤਾ ਆ ਗਈ। ਦਾਸ ਬੇਨਤੀ ਕਰੇ, ਨਾਮ ਜਪਣਾ, ਸੇਵਾ ਕਰਨੀ ਇਸੇ ਵਾਸਤੇ ਹੈ ਕਿ ਨਿਮਰਤਾ ਆਵੇ। ਪਰ ਕਈ ਵਾਰੀ ਇਸ ਦੇ ਵਿਪਰੀਤ ਵੀ ਹੋ ਜਾਂਦਾ ਹੈ। ਕਈ ਵਾਰੀ ਇਨਸਾਨ ਸੇਵਾ ਤਾਂ ਕਰਦਾ ਹੈ ਪਰ ਅੰਦਰ ਅਹੰਕਾਰ ਬਣਦਾ। ਸਤਸੰਗੀ ਜਨੋ, ਦਸ ਤਕਰੀਬਨ ਬੇਨਤੀ ਕਰਿਆ ਕਰਦਾ, ਕੁਝ ਸੇਵਾਵਾਂ ਇਹੋ ਜਿਹੀਆਂ ਜਿਹੜੀਆਂ ਕਿ ਸੰਗਤ ਦੇ ਵਿੱਚ ਪ੍ਰਤਿਸ਼ਠਾ ਦਵਾਉਂਦੀਆਂ ਨਾ, ਤੇ ਤਕਰੀਬਨ ਉਹ ਅਹੰਕਾਰ ਪੈਦਾ ਕਰਵਾ ਦਿੰਦੀਆਂ ਹਨ। ਕਿਉਂਕਿ ਜਦੋਂ ਸੰਗਤ 'ਚ ਪ੍ਰਤਿਸ਼ਠਾ ਮਿਲਦੀ ਹੈ, ਮੱਥੇ ਟੇਕਣ ਨੂੰ ਮਿਲਦੇ ਹਨ, ਹੱਥ ਜੁੜੇ ਮਿਲਦੇ ਹਨ, ਇਨਸਾਨ ਸੋਚਦਾ ਕਿ ਵਾਹ ਵਾਹ ਮੇਰੀ ਤਾਂ ਵਾਹ ਵਾਹ ਹੋ ਰਹੀ ਹੈ। ਤਾਂ ਉੱਥੇ ਆ ਕੇ ਇਨਸਾਨ ਨੂੰ ਇੱਕ ਬਹੁਤ ਵੱਡੀ ਰੁਕਾਵਟ ਪਰਮਾਤਮਾ ਦੇ ਮਿਲਾਪ ਦੇ ਵਿੱਚ ਪੈ ਜਾਂਦੀ ਹੈ। ਸਤਸੰਗੀ ਜਨੋ, ਪਰ ਸਹੀ ਮਾਇਨਿਆਂ ਦੇ ਵਿੱਚ ਇਨਸਾਨ ਦੇ ਅੰਦਰ ਜਦੋਂ ਨਾਮ ਜਪਦਾ ਹੈ, ਫਿਰ ਉਹਦੇ ਅੰਦਰ ਝੁਕਿਆਪਨ ਆਉਂਦਾ ਹੈ। ਕਹਿੰਦੇ ਜਦੋਂ ਤੇਰੀ ਇਹ ਅਵਸਥਾ ਬਣੇਗੀ ਤਾਂ ਫਿਰ ਪਤਾ ਕੀ ਹੋਏਗਾ। ਕਹਿੰਦੇ ਪਤਤ ਪੁਨੀਤ ਕਰ ਲੀਨੇ, ਪਤਤ ਬੁਰਾ, ਬੁਰੇ ਵਿਚਾਰ, ਬੁਰੇ ਖਿਆਲ, ਕਹਿੰਦੇ ਤੇਰੇ ਬੁਰੇ ਵਿਚਾਰ, ਬੁਰੇ ਖਿਆਲ ਵੀ ਕਹਿੰਦੇ ਪੁਨੀਤ ਹੋ ਜਾਣਗੇ, ਪਵਿੱਤਰ ਹੋ ਜਾਣਗੇ। ਪਰ ਕਹਿੰਦੇ ਜਦੋਂ ਕਰ ਕਿਰਪਾ ਹਰ ਜਸ ਦੀਨੇ, ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰਕੇ ਹਰੀ ਦਾ ਜਸ ਤੈਨੂੰ ਦੇਏਗਾ, ਹਰੀ ਦਾ ਜਸ ਤੂੰ ਕਰੇਗਾ, ਕਹਿੰਦੇ ਫਿਰ ਤੇਰੇ ਵਿਚਾਰਾਂ ਨੂੰ ਵੀ ਪਤਤ ਤੋਂ ਪੁਨੀਤ ਕਰ ਦਵੇਗਾ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀ ਸੰਗ ਰਖਵਾਲਾ। ਕਹਿੰਦੇ ਇਹ ਇਨਸਾਨ ਜਿਹੜਾ ਪਾਰ ਬ੍ਰਹਮ ਹੈ, ਜਿਹੜਾ ਸਾਰੀ ਜਗ੍ਹਾ ਤੇ ਵਿਆਪਕ ਹੈ, ਪਾਰ ਬ੍ਰਹਮ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਦਸ ਤਕਰੀਬਨ ਬੇਨਤੀ ਕਰਿਆ ਕਰਦਾ, ਉਸ ਪਰਮਾਤਮਾ ਦੇ ਨਾਮ ਬੜੇ ਹਨ। ਜਾਪ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ, ਉਹ ਸਾਰੇ ਪਰਮਾਤਮਾ ਦੇ ਨਾਮ ਹਨ ਅਤੇ ਅਲੱਗ-ਅਲੱਗ ਕਲਗੀਧਰ ਸੱਚੇ ਪਾਤਸ਼ਾਹ ਨੇ ਨਾਮ ਲੈ ਕੇ ਤੇ ਉਹ ਸਾਰੇ ਜਾਪ ਸਾਹਿਬ 'ਚ ਉਸ ਪਰਮਾਤਮਾ ਦੇ ਅਲੱਗ-ਅਲੱਗ ਨਾਮ ਲੈ ਕੇ ਉਸ ਨੂੰ ਨਮਸਕਾਰਾਂ ਕੀਤੀਆਂ ਹੋਈਆਂ ਹਨ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਇੰਦਰ ਇੰਦਰੇ। ਕੀ ਇਹਨਾਂ ਵਾਰੀ ਨਮਸਕਾਰ ਕੀਤੇ? ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਨਾਮ ਪਰਮਾਤਮਾ ਦੇ ਲੈ ਕੇ ਫਿਰ ਉਹਨਾਂ ਨੂੰ ਨਮਸਕਾਰ ਕੀਤੀ ਹੋਈ ਹੈ। ਕਹਿੰਦੇ ਇਹ ਇਨਸਾਨ ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਕਹਿੰਦੇ ਉਹ ਪਰਮਾਤਮਾ ਤੇਰੀ ਪ੍ਰਤਪਾਲਨਾ ਕਰੇਗਾ, ਤੇਰੀ ਰਾਖੀ ਕਰੇਗਾ। ਕਹਿੰਦੇ ਜਦੋਂ ਪ੍ਰਤਪਾਲਨਾ ਕਰੇਗਾ, ਸਦ ਜੀ ਸੰਗ ਰਖਵਾਲਾ, ਕਹਿੰਦੇ ਜਿਹੜਾ ਜੀ ਹੈ ਸਦ ਸਦਾ, ਕਹਿੰਦੇ ਉਹ ਪਰਮਾਤਮਾ ਤੇਰਾ ਰਖਵਾਲਾ ਬਣੇਗਾ। ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਕਈ ਵਾਰੀ ਇਨਸਾਨ ਕਹਿੰਦਾ ਜੀ ਕਦੋਂ ਨਾਮ ਜਪੀਏ। ਦਾਸ ਬੇਨਤੀ ਕਰੇ, ਗੁਰੂ ਸਾਹਿਬ ਨੂੰ ਪੁੱਛੀਏ, ਗੁਰੂ ਸਾਹਿਬ ਕਹਿੰਦਾ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਕਹਿੰਦੇ ਸਿੱਖਾ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਕਹਿੰਦੇ ਹਰ ਵਕਤ ਤੇਰਾ ਪਵਿੱਤਰ ਕਰਮ ਰਹੇ ਨਾਮ ਜਪਣਾ। ਗੁਰੂ ਸਾਹਿਬ ਇਹੀ ਕਹਿੰਦੇ ਹਨ। ਦਾਸ ਜ਼ਿਆਦਾ ਵਿਸਥਾਰ ਦੇ ਵਿੱਚ ਨਾ ਜਾਵੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਿਉਂਕਿ ਜਿਹੜੇ ਗੁਰਮੁਖ ਪਿਆਰੇ ਬਾਬਾ ਜੀ ਦੇ ਨਾਲ ਪਿਆਰ ਕਰਦੇ, ਅਸਥਾਨ ਨਾਲ ਪਿਆਰ ਕਰਦੇ, ਗੁਰੂ ਘਰ ਦੇ ਕੀਰਤਨੀ ਵੀ ਪਹੁੰਚੇ ਹੋਏ ਹਨ। ਮਹਾਂਪੁਰਸ਼ਾਂ ਨੇ ਵੀ, ਬਾਬਾ ਦਰਸ਼ਨ ਸਿੰਘ ਜੀ ਬਾਠਾ ਵਾਲਿਆਂ ਨੇ ਵੀ ਦਰਸ਼ਨ ਦੇਣੇ ਹਨ। ਸ਼ਾਹਬਾਦ ਤੋਂ ਵੀ ਗੁਰਮੁਖ ਪਿਆਰੇ ਕੀਰਤਨੀਏ ਪਹੁੰਚੇ ਹੋਏ ਹਨ, ਉਹਨਾਂ ਨੇ ਵੀ ਆਪ ਜੀ ਨੂੰ ਨਿਹਾਲ ਕਰਨਾ ਹੈ। ਅਤੇ ਜਿਨ੍ਹਾਂ ਨੇ ਇਸ ਲੜੀ ਦੇ ਵਿੱਚ ਅਖੰਡ ਪਾਠ ਸਾਹਿਬ ਜੀ ਕਰਾਏ ਸਨ, ਉਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਵੀ ਪ੍ਰਾਪਤ ਕਰਨੀ ਹੈ। ਸਤਸੰਗੀ ਜਨੋ, ਗੁਰੂ ਪਾਤਸ਼ਾਹ ਇੱਥੇ ਆਪਣੇ ਬਚਨਾਂ ਦੇ ਵਿੱਚ ਕਹਿੰਦੇ ਹਨ, ਕਹਿੰਦੇ ਹਰ ਦਿਨ ਰੈਨ ਕੀਰਤਨ ਗਾਈਏ। ਕਹਿੰਦੇ ਬੰਦਿਆ ਹਰੀ ਪਰਮਾਤਮਾ, ਕਹਿੰਦੇ ਉਹਦੇ ਗੀਤ ਕਿਵੇਂ ਗਾਣੇ ਹਨ, ਕਿਵੇਂ ਉਹਦਾ ਜਸ ਕਰਨਾ ਹੈ। ਕਹਿੰਦੇ ਦਿਨ ਰੈਨ ਕੀਰਤਨ ਗਾਈਏ, ਕਹਿੰਦੇ ਦਿਨੇ ਵੀ ਰਾਤ ਨੂੰ ਵੀ ਉਹਦਾ ਕਹਿੰਦੇ ਜਸ ਕਰ। ਕਹਿੰਦੇ ਜਦੋਂ ਉਹਦਾ ਜਸ ਕਰੇਗਾ ਬਹੁੜ ਨਾ ਜੋਨੀ ਪਾਈਏ, ਕਹਿੰਦੇ ਫਿਰ 84 ਦੇ ਚੱਕਰ ਵਿੱਚ ਨਹੀਂ ਜਾਵੇਗਾ। ਦਾਸ ਬੇਨਤੀ ਕਰਿਆ ਕਰਦਾ ਹੈ ਕਿ ਕਈ ਵਾਰੀ ਇਨਸਾਨ ਕਹਿੰਦਾ ਹੈ ਕਿ ਜੀ ਜੇ ਗੁਰੂ ਧਾਰਨ ਕੀਤਾ, ਜਦੋਂ ਕਹੋ ਨਾ ਜੀ ਅੰਮ੍ਰਿਤ ਛਕ ਲਓ, ਕਿ ਗੁਰੂ ਵਾਲੇ ਬਣ ਜਾਓ, ਫਿਰ ਕਈ ਵਾਰੀ ਇਨਸਾਨ ਦੀ ਨਾ ਇੱਕ ਤਬੀਅਤ ਹੈ, ਇਨਸਾਨ ਆਪਣੇ ਵੱਲ ਘੱਟ ਝਾਤ ਮਾਰਦਾ, ਦੂਜਿਆਂ ਵੱਲ ਜ਼ਿਆਦਾ ਝਾਤ ਮਾਰਦਾ। ਇਹ ਇਨਸਾਨ ਆਪਣੇ ਘੱਟ ਦੇ ਵਿੱਚ ਘੱਟ ਉਤਰਦਾ, ਦੂਜਿਆਂ ਵੱਲ ਜ਼ਿਆਦਾ ਉਤਰਦਾ। ਤੇ ਦੂਜੇ ਜਿਹੜੇ ਕਿਸੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ,
ਅੰਮ੍ਰਿਤ ਛਕਣ ਤੋਂ ਬਾਅਦ ਉਸ ਦੇ ਵਿੱਚ ਉਹ ਪਰਪੱਕ ਨਹੀਂ ਹੈ ਤੇ ਉਹਦੀਆਂ ਉਦਾਹਰਨਾਂ ਦਿੰਦਾ। ਕਹਿੰਦੇ ਜੀ ਉਹਨੇ ਅੰਮ੍ਰਿਤ ਛਕਿਆ ਉਹ ਤਾਂ ਆਹ ਕੁਛ ਕਰਦਾ ਫਿਰਦਾ ਹੈ। ਫਿਰ ਉਹ ਕਹਿੰਦੇ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਕਿ ਸਭ ਦਾ ਪਾਰ ਉਤਾਰਾ ਹੋ ਜਾਏਗਾ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਬਹੁੜ ਨਾ ਜੋ ਨਹੀਂ ਪਾਈਏ, ਬਸ ਇਸ ਗੱਲ ਨੂੰ ਕੇਂਦਰਿਤ ਰੱਖਣਾ। ਪਿਆਰਿਓ ਇੱਕ ਗੱਲ ਦਾ ਧਿਆਨ ਰੱਖੋ, ਜਿਹਨੇ ਗੁਰੂ ਦਾ ਬਚਨ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਉਹ ਮਰਜ਼ਾਦਾ ਦੇ ਵਿੱਚ ਰਿਹਾ, 4 ਬੱਜਰ ਕੁਰੈਤਾਂ ਤੋਂ ਬਚ ਕੇ ਰਿਹਾ, ਗੁਰੂ ਦੇ ਦੱਸੇ ਹੋਏ ਮੁਤਾਬਕ ਉਹ ਨਿਤਨੇਮ ਕਰਦਾ ਰਿਹਾ, ਗੁਰੂ ਤੇ ਭਰੋਸਾ ਰੱਖਿਆ। ਤੇ ਸਤਸੰਗ ਜਨ ਮੈਂ ਬੇਨਤੀ ਕਰਾਂ, ਜੇਕਰ ਪਾਰ ਉਤਾਰਾ ਨਹੀਂ ਵੀ ਹੋਏਗਾ ਪਰ ਇੱਕ ਗੱਲ ਦਾ ਧਿਆਨ ਰੱਖਿਓ, ਗੁਰੂ ਇੰਨੀ ਕਿਰਪਾ ਕਰ ਦਿੰਦਾ ਕਿ ਉਹਨੂੰ 84 ਦੇ ਚੱਕਰ ਵਿੱਚ ਨਹੀਂ ਜਾਣ ਦਿੰਦਾ। ਗੁਰੂ ਇੰਨੀ ਕਿਰਪਾ ਕਰਦਾ ਕਿ ਉਹਨੂੰ ਫਿਰ ਮਨੁੱਖਾ ਜੀਵਨ ਦਿੰਦਾ ਹੈ। ਪਰਮਾਤਮਾ ਕਹਿੰਦਾ ਤੂੰ ਗੁਰੂ ਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਬਤੀਤ ਕੀਤਾ, ਤੂੰ ਗੁਰੂ ਦੇ ਹੁਕਮ ਮੁਤਾਬਕ 4 ਬੱਜਰ ਕੁਰੈਤਾਂ ਤੋਂ ਬਚ ਕੇ ਰਿਹਾ, ਤੂੰ ਰੱਬ ਦੇ ਨਾਮ ਦਾ ਚਿੰਤਨ ਕਰਦਾ ਰਿਹਾ, ਤੂੰ ਨਿਤਨੇਮ ਕਰਦਾ ਰਿਹਾ, ਤੈਨੂੰ ਹੁਣ ਮੈਂ 84 ਦੇ ਚੱਕਰ 'ਚ ਨਹੀਂ ਪਾਵਾਂਗਾ, ਤੂੰ ਇੰਨਾ ਸਫ਼ਰ ਤੈਅ ਕਰ ਚੁੱਕਾ ਹੈ, ਮੈਂ ਤੈਨੂੰ ਫਿਰ ਮਨੁੱਖਾ ਜਨਮ ਦਿੰਦਾ। ਮੈਂ ਬੇਨਤੀ ਕਰਾਂ ਤੇਰੇ ਨਾਲ ਰੱਬ ਸੋਝੀ ਵੀ ਦਿੰਦਾ ਹੈ। ਜਦੋਂ ਆਪਾਂ ਇਹ ਪੰਕਤੀਆਂ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ 5-5 7-7 ਸਾਲ ਦੇ ਬੱਚੇ ਹਨ ਜਿਨ੍ਹਾਂ ਦੀ ਗੱਲ ਬਾਣੀ ਦੇ ਵਿੱਚ ਹੈ। ਹੁਣ 5-7 ਸਾਲ ਦੇ ਨੂੰ ਕੀ ਪਤਾ ਕਿ ਕਿਵੇਂ ਭਗਤੀ ਕਰਨੀ ਹੈ, ਬਸ ਉਹਨਾਂ ਦੀ ਭਗਤੀ ਕਾਫੀ ਪੂਰੀ ਹੋ ਚੁੱਕੀ ਸੀ। ਪਰਮਾਤਮਾ ਨੇ ਇੱਕ ਕਿਰਪਾ ਕਰ ਦਿੱਤੀ ਕਿ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਸੋਝੀ ਦੇ ਦਿੱਤੀ। ਉੱਥੇ ਜਿੱਥੇ ਯਾਤਰਾ ਉਹਨਾਂ ਨੇ ਖਤਮ ਕੀਤੀ ਸੀ, ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖਾ ਜੀਵਨ ਦਿੱਤਾ, ਉੱਥੋਂ ਯਾਤਰਾ ਫਿਰ ਸ਼ੁਰੂ ਕਰ ਲਈ ਤਾਂ ਬੜੇ ਨੇੜੇ ਖੜੇ ਸਨ, ਬਸ 2 ਕਦਮ ਪੁੱਟੇ ਤੇ ਰੱਬ 'ਚ ਅਪੇਦ ਹੋ ਗਏ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਪਿਆਰਿਓ ਹਰ ਦਿਨ ਰੈਨ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤੇ ਨਹੀਂ ਜਾਤਾ। ਮੇਰੇ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ, ਕਹਿੰਦੇ ਇਹ ਰਹਿਮਤਾਂ ਇਹ ਬਖਸ਼ਿਸ਼ਾਂ ਜੋ ਮੈਂ ਉੱਪਰ ਵਰਣਨ ਕੀਤੀਆਂ, ਕਹਿੰਦੇ ਉਹਨਾਂ ਦੀ ਝੋਲੀ ਦੇ ਵਿੱਚ ਪੈਣਗੀਆਂ। ਕਹਿੰਦੇ ਜਿਨ੍ਹਾਂ ਦੇ ਉੱਪਰ ਜਿਸ ਦੇਵ ਹੈ ਪੁਰਖ ਵਿਦਾਤਾ, ਕਹਿੰਦੇ ਜਿਨ੍ਹਾਂ ਦੇ ਉੱਪਰ ਪਰਮਾਤਮਾ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਕਹਿੰਦੇ ਉਹਨਾਂ ਦੀ ਝੋਲੀ ਦੇ ਵਿੱਚ ਇਹ ਦਾਤਾਂ ਪੈਂਦੀਆਂ ਹਨ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਅਖੀਰਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਹੜਾ ਇਨਸਾਨ ਗੁਰੂ ਦੀ ਸ਼ਰਨ ਦੇ ਵਿੱਚ, ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਂਦਾ ਹੈ, ਕਹਿੰਦੇ ਫਿਰ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ। ਅਖੀਰਲੀਆਂ ਪੰਕਤੀਆਂ ਕਹਿੰਦੇ ਜਮ ਕੰਕਰ ਨੇੜ ਨਾ ਆਇਆ, ਕਹਿੰਦੇ ਫਿਰ ਉਹਨਾਂ ਨੂੰ ਜਮ ਸਤਾ ਨਹੀਂ ਸਕਦੇ, ਉਹਨਾਂ ਨੂੰ ਜਮ ਬਸ ਕਹਿੰਦੇ ਫਿਰ ਦੁੱਖ ਨਹੀਂ ਦੇ ਸਕਦੇ। ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ ਸਤਸੰਗੀ ਜਨੋ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਕ ਜਗ੍ਹਾ ਤੇ ਕਬੀਰ ਜੀ ਨੇ ਬੜਾ ਸੋਹਣਾ ਕਿਹਾ, ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਕਬੀਰ ਜੀ ਕਹਿੰਦੇ ਮੈਨੂੰ ਆਪਣੀ ਬੁੱਧੀ ਤੇ ਆਪਣੀ ਸੋਚ ਤੇ ਜੋ ਰੱਬ ਨੇ ਕਿਰਪਾ ਕਰਕੇ ਮੇਰੀ ਸੋਚ ਉੱਚੀ ਬਣਾਈ, ਕਹਿੰਦੇ ਮੈਨੂੰ ਉਸ ਦੇ ਉੱਪਰ ਕੌਨਫੀਡੈਂਸ ਹੈ। ਕਬੀਰ ਜੀ ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਕਹਿੰਦੇ ਜਮ ਇਹਨੂੰ ਫਟਕਾਰ ਨਹੀਂ ਸਕਦੇ, ਕਹਿੰਦੇ ਮੇਰੀ ਜਿੰਦ ਨੂੰ ਲੈਣ ਵਾਸਤੇ ਜਮ ਨਹੀਂ ਆ ਸਕਦੇ। ਜਦੋਂ ਕਿਸੇ ਨੇ ਪੁੱਛਿਆ ਹੋਏਗਾ ਜੀ ਇੰਨੇ ਦਾਅਵੇ ਨਾਲ ਕਿਉਂ ਕਹਿੰਦੇ ਹੋ, ਕਿਵੇਂ ਕਹਿੰਦੇ ਹੋ, ਤੇ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿੰਦੇ ਜਿਹਨੇ ਜਮ ਪੈਦਾ ਕੀਤੇ ਹਨ, ਕਹਿੰਦੇ ਉਸ ਪਰਵਦਗਾਰ ਦਾ, ਉਸ ਪਰਮਾਤਮਾ ਦਾ ਨਾਮ ਮੈਂ ਜਪਿਆ ਹੈ। ਗੁਰੂ ਸਾਹਿਬ ਕਹਿੰਦੇ ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਕਹਿੰਦੇ ਮੈਨੂੰ ਸਾਰੇ ਸੁਖ ਪ੍ਰਾਪਤ ਹੋ ਗਏ, ਸੁਖ ਸਾਰੇ ਸੁਖ ਕਿ ਮੈਂ ਆਨੰਦ ਦੀ ਅਵਸਥਾ ਦੇ ਵਿੱਚ ਚਲਾ ਗਿਆ। ਕਹਿੰਦੇ ਜਦੋਂ ਕਹਿੰਦੇ ਮੈਂ ਗੁਰੂ ਦੀ ਰਹਿਮਤ ਬਖਸ਼ਿਸ਼ ਦੁਆਰਾ ਪ੍ਰਭੂ ਦੀ ਸ਼ਰਨ ਲਈ, ਕਹਿੰਦੇ ਫਿਰ ਮੇਰੇ ਤੇ ਪਰਮਾਤਮਾ ਨੇ ਕਿਰਪਾ ਕੀਤੀ। ਜਦੋਂ ਮੈਂ ਉਸ ਦਾ ਨਾਮ ਜਪਿਆ, ਕਹਿੰਦੇ ਫਿਰ ਮੈਨੂੰ ਸੁਖ ਪਰਮ ਸੁਖ ਮਿਲ ਗਿਆ ਜੀ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤੇ ਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ
वाहिगुरु जी का खालसा वाहिगुरु जी की फतेह। गुरमुख प्यारियो, मन तो करता हुंदा कि गुरु तेग बहादुर सच्चे पातशाह जी का आप 400 साला प्रकाश दिहाड़ा मना रहे हैं, कुछ वारता उन्हां दियां भी करिए। मन करता हुंदा है कि बाबा ईश्वर सिंह जी का जन्म दिहाड़ा मना रहे हैं, कुछ वारता उन्हां दी भी करिया करिए। मन करता हुंदा है कि पिछली बारी जो समागम से परम पूज्य बाबा जी आप अजो दास सेवा निभा रहे हैं, बाबा जी तकरीबन भोगां दे शब्द आप पढ़ने, कीर्तन करना, उस तो बाद संत त्रिलोचन सिंह जी ने कहना कि जो शब्द गुरु ने रहमत बख्शिश करके संगतां दी झोली च पाया मुख वाक दे राहीं उन्होंने पढ़ो तो शब्द की विचार की सांझ आप जी नाल पाते सन। मन करता जो उन्होंने उपदेश दिते, जो उन्होंने जीवन दियां कुछ घटनावां नेड़े होके देखिया उन्हों की भी सांझ पाइए। पर दास कोई लंबी चौड़ी विचार शब्द की भी नहीं करता, सिर्फ अखरी अर्थ ही करता है। पर उन्ने च फिर वो घड़ी दियां सूइयां, एक रब ने मैनू तबीयत दी है कि जो घड़ी दियां सूइयां सामने आ जान, मैं समय दे विच रहन दा रब ने सुभाव दिता है। कई समय की भी कदर नहीं करते, कई समय नूं भी बड़ा क्रॉस कर जाते हैं। पर दास का सुभाव है कि जो मैं देख लवां कि समा हो गया, फिर उस तो अगे मेरे तो विचार हुंदी ही नहीं। सत्संगी जनों, इनू तुसी गुण समझो, इनू तुसी औगण समझो, जो भी समझना मेरी कमी समझ लवो। फिर मैनू बस ये हुंदा कि नहीं, जो अगला समा जिस वास्ते निश्चित है आपां उस दे विच उसका रस आपां लईए। इस करके सत्संगी जनों, परम पूज्य बाबा जी, क्योंकि मैनू अजैब सिंह जी ने कल विशेष तौर पर फोन करके कहा जी बाबा जी की जरूर कुछ ना कुछ गल, मैं आप जी को बेनती करा, बाबा जी वर्गा दयालु कोई नहीं हो सकता, बाबा जी वर्गा मिठ बोलड़ा भी कोई नहीं हो सकता, बाबा जी वर्गा गरीब नवाज भी कोई नहीं हो सकता। वैसे गरीब नवाज परमात्मा है, पर मैं पहला बेनती की कि सिख परमात्मा च तां अभेद होएगा जदों उहदे गुण आणगे। बस संतां दे विच की महानता हुंदी है, बस उहदे गुण गांदे गांदे परमात्मा एक कृपा करता है कि अपने गुण उस जग्यासू नूं दे दिंदा है। जदों जग्यासू नूं दे दिंदा है फिर इस सिख तो संत बन जाता। मैं बेनती करा, जदों अपने आप नूं साधदा है। एक छोटी जी घटना कह के, एक बारी असीं सफ़र कर रहे सी, किन्ने क दयालु सन, किवें गरीब नवाज सन, बड़ियां घटना हैं। एक बारी दास संत सरबजीत सिंह जी सरसा जी तकरीबन गड्डी चलाते सन। काफ़ी समय की गल है, राजपुरे फाटक हुंदा सी, उत्थे रुके हुए। जदों उत्थे रुके, फाटक काफ़ी देर बंद रहिंदे सन पहलां, ते एक साधुआं वाले कपड़े पाए हुए, भगवें कपड़े पाए हुए, ते आके हथ अगे कर दिता बाबा जी वाले पासे। बाबा जी ने सरसा जी नूं आख्या शीशा उतारो, शीशा उतारिया। बाबा जी कहंदे प्यारिओ, साधुआं वाले कपड़े पाए हुए हैं, साधुआं वाले कपड़े पा के मंगते तो चंगे नहीं लगते। क्योंकि बाबा जी, बाबा नानक सिंह के बचन हैं कि साधु इवें नहीं होना चाहिए, साधु इवें होना चाहिए है। परमात्मा दाता है, तो जेकर सिख भी परमात्मा के गुण अपने जीवन च लियांदा है, तो सिख भी दाता ही होना चाहिए है, सिख मंगता नहीं होना चाहिए। तो बाबा जी कहते सन, कहते जिहड़ा साधु दे मार्ग ते चले जां साधु आ, कहते वो एवें ना होवे, एवें होवे। हुण मैं अगली बेनती कर देवां, साधु कोई तुहानूं दुनियावी धन सीधा कैश करके नहीं देगा। साधु की करदा है, वो तुहाडे अंदरों जिहड़ी माया की पकड़ है ना, वो इहो जिहा उपदेश दिंदा कि इहदे अंदरों माया की पकड़ खत्म हो जाए। साधु इहो जिहा उपदेश दिंदा कि जग्यासू दे अंदर मोह की पकड़ खत्म हो जाए, जिहड़ी सानूं जन्म मरण के चक्कर दे विच पांदी है। मैं बेनती करा, ताही तो गुरु साहब ने बाणी च कह दिता, पंकज मोह पग ना ही चाला, हम देखा तह डूबी वाले। मेरे गुरु साहब कहते पंकज, पंकज कमल फुल नूं भी क्या बाणी च, पंकज चिक्कड़ नूं भी क्या। कहते जो मैं लोगों को देखदा, कहते मोह के चिक्कड़ दे विच फसे हुए हैं, कहते जिहड़े मोह के चिक्कड़ च फसे हुए हैं, मेरे गुरु नानक देव सच्चे पातशाह कहते एक गल का ध्यान रखो, एक भी कदम जिहड़े मोह के चिक्कड़ च फसे हैं, कहते एक भी कदम
सही ढंग नाल धर्म के मार्ग ते नहीं चल सकते। जे आके अरदास करनगे तां भी ममता दे विच मोह दे विच फसे हुए करनगे, जे कुछ मंगणगे तां भी ममता दे विच फसे हुए मंगणगे, तो फिर वो सही कदम किवें हो गया सत्संगियों नूं धर्म के मार्ग ते बाबा जी कहते खोलिया शीशा खोलिया, उन्होंने कहता जी कुछ दिओ। बाबा जी कहते बई महापुरुषों वाले कपड़े पाए है, मंगते चंगे नहीं लगते, क्यों मंगते हो? वो कह लगे जी अख का ऑपरेशन कराना, लगता कि बहाना उन्होंने कर लिया। बाबा जी कहते किन्ने पैसे लगणगे? उन्होंने जो भी आख्या, मैनू लगता उदों 2-2.25 रुपया उन्होंने कहा सी। बाबा जी ने सरसा नूं आख्या कहते कढ़ के इन्हों दिओ। सरसा जी ने कढ़ के बाबा जी ने फड़ाया, बाबा जी ने उन्होंने झोली च पाए, कहते महापुरुषो गुरमुखो हुण मंगियो ना, जो हुण चाहिए तो होर लै लो। मैं आप जी नूं बेनती कर रहा, इन्ने दयालु इन्ने कृपालु सत्संगी जनों, जदों किसी दे हेर दुख देखते सन तो उन्होंने कोलों बर्दाश्त नहीं सी हुंदा। अगले दिनों च आपां कोशिश करांगे जो यादां उन्हां दियां अपने सारिਆਂ ਦੇ ਨਾਲ जुड़ियां होईयां हन, इस स्टेज ते बैठ के तुहानूं जो उपदेश दिता, मैं बेनती करा अखां बंद करो, जो उन्हां दा उपदेश है उन्होंने याद कर लो। तुसी तां ओह गुरमुख प्यारे बैठे हो जिहड़े तुसी कल्ले कल्ले समां लैके भी बाबा जी नूं मिलदे रहे हो, ते कुछ गल्लां तुहाडे नाल सब नाल जुड़ियां होईयां हन बाबा जी दियां। तो जदों भी कल्ले बैठे हो उन्हां दी याद दे विच डुੱਬ जाओ ना। दास ने पहले दिनां च कहा सी रब परमात्मा ते साधु उन जिथे मर्जी प्रगट कर लवो, उदों ही प्रगट हो जाता सत्संगी चनों। सो हुण जिहड़े गुरमुख प्यारे ने इस लड़ी जिहदी समाप्ति हुई आ अखंड पाठ साहिब जी कराए सन, दास उन्हां दे नाम लवेगा। संत तरलोचन सिंह जी, संत बाबा गेजा सिंह जी, संत बाबा सरबजीत सिंह जी, संत अजमेर सिंह जी अपने कर कमला द्वारा सरोपे की बख्शिश देणगे। आप जी प्यार सत्कार दे नाल सरोपे की बख्शिश प्राप्त करो। वाहिगुरु जी का खालसा, वाहिगुरु जी की फतेह। सरदार निरंकार सिंह जी वड़ैच USA, ਜਿਹੜੇ ਬਾਹਰਲੇ कोई नाम ਹੁੰਦੇ ਹਨ, ਜੇ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੁੰਦਾ ਉਹ ਆ ਕੇ ਸਰੂਪਾ ਲੈ ਜਾਇਆ ਕਰੇ। सरदार गुरलीन सिंह जी USA, सरदार अमृतपाल सिंह वालिया USA, अनुप्रीत कौर USA, सरदार गुरमन सिंह कौंता नगर USA, सरदार इंद्रजीत सिंह जी वालिया मोहाली, सरदार रमनदीप सिंह जी पेवा, रमनजीत कौर डेरा हंजरा, सरदार गुरदयाल सिंह बविंडी, दीप कौर जी कनेडा, सरदार प्रकाश सिंह बविंडी, सरदार प्रताप सिंह बविंडी, सरदार कुलदीप सिंह चुगामा, सरदार बापू बूटा सिंह जलमाना, श्री रोहत केशवानी, सरदार हरजिंदर सिंह सन ऑफ परमजीत सिंह बांसा, सरदार सुखबीर सिंह गंजोखेड़ी, सरदार निर्वैर सिंह सन ऑफ जसवंत सिंह सींगड़ा, सरदार गुरचरण सिंह नवदीप सिंह मनीला। गुरचरण सिंह जी नूं बेनती है कि जिहड़ा बीबी कुलदीप कौर जी ने पाठ कराया सी तुसीं दस दिओ, उन्हां दा सरूपा भी तुसीं लै जाओ। सरदार सूबा सिंह रणजीत सिंह गौंदर, अमनदीप सिंह कौंता नगर, गुरकीरत सिंह सन ऑफ दरबारा सिंह कनेडा, विक्रमजीत सिंह सन ऑफ कुलबीर सिंह USA, संत बलौर सिंह जी पंज गराइयां वालियां ने बाबा जी की याद विच कराया। कोई सिंह है तो सरोपा लै जाए। संदीप विरक कौंता नगर, जानपाल सिंह बरास, हरबंस कौर जी देह अरोगता के लिए पाठ कराया संडौरा, सरदार अमर सिंह जी ना खुदा कल्याण, श्री जीतू जी सन ऑफ आसनदास जी, श्री अनिल जी आसनदास जी, श्री शंकर जी सन ऑफ आसनदास जी,
दिवजोत सिंह बेटी मेघना कौर, सरदार मनजोत सिंह जी USA, वो भी 100 रुपये की बख्शिश प्राप्त कर लैन। हुण गुरमुख प्यारिओ, सो कुछ बेनतियां हैं अस्थान की तरफों जो सेवावां करते हैं कि जोड़े आपो अपने जोड़ा घर दे विच रख के आया करो ताकि उन्होंने सही ढंग के नाल सेवा संभाल हो सके। कई बार कई इत्थे आके उतार देंदे हैं, फिर वो जोड़ा घर दे विच चुक के लै जांदे हैं, फिर बाद दे विच लभदे रहिंदे हैं। इस करके सारा कुछ मर्यादा दे विच होवे, अपने भले दे वास्ते है, सब कुछ नियमबंद रवे तां ही सारा कुछ सोहना सोहना लगता है। दूसरी बेनती, जिवें आप जी नूं पता ही है कि सरकारां कोविड दे वास्ते बहुत सुचेत करदियां हन, इसलिए जदों भी आवो बाहर संगत दे विच, क्योंकि संगत विच बैठो मास्क लगा के बहना चंगा नहीं लगता, जदों आवो मास्क लगा के आया करो। तो बाहर मेरे ख्याल दे विच जिवें लिखिआ उस दे मुताबक सैनिटाइज़र जे रखिया तो ठीक है, जे नहीं रखिया तो रख दिता जाएगा। तो सैनिटाइज़र अपने हथ करके फिर संगत दे विच आना है जी। हुण संत स्वर्ण सिंह जी आनंद साहिब जी का पाठ करनगे, फिर उस दे नाल ही मुख वाग ते अगली लड़ी दे अखंड पाठ साहिब जी प्रारंभ होणगे। जिवें अखंड पाठ साहिब जी प्रारंभ हो जान, फिर 5 पौड़ियाँ जपजी साहिब जी के पाठ तो बाद आए हुए गुरु घर दे कीर्तनीय महापुरुषों ने आना है, शायद आ गए होंगे। संत बाबा दर्शन सिंह जी बाठा वाले विशेष रूप दे विच, कथाकार ज्ञानी हरनाम सिंह जी का भी बार बार फोन आ रहा सी। दास ने बेनती की सी कि आ जाओ अज दे दिन हाज़री भर लो, वो भी आए होंगे। बीबी शाहबाद तो कंवलजीत कौर जी, वो भी जत्था पहुँचा होया। थोड़ा थोड़े समय द्वारा सारिਆਂ ने हाज़रियां भर के गुरु पातशाह दीयां खुशियां हासिल करनियां हन अते संगतां नूं किरतार्थ करना। आनंद साहिब जी के पाठ दे नाल आपां जुड़ीए।